ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मानयोग गुरु प्यारे गुरु सतारियो, ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸ਼ੁੱਕਰਵਾਰ ਅਸੀਂ ਭਗਤ ਕਬੀਰ ਜੀ ਦੇ ਜੋ ਔਖੇ ਸ਼ਬਦ ਹਨ ਜਾਂ ਭਗਤ ਬਾਣੀ ਵਿੱਚ ਜਿਹੜੇ ਔਖੇ ਸ਼ਬਦ ਆਏ ਹਨ ਉਹਨਾਂ ਨੂੰ ਆਪ ਜੀ ਦੇ ਨਾਲ ਅਰਥ ਵਿਚਾਰ ਸਾਂਝੀ ਕਰਦੇ ਹਾਂ। ਅੱਜ ਦਾ ਜੋ ਸ਼ਬਦ ਹੈ ਗੋੜੀ ਰਾਗ ਦੇ ਵਿੱਚ ਪੰਚਪਦਾ ਹੈ, ਪੇਵਕੜੈ ਦਿਨ ਚਾਰ ਹੈ ਸਹੁਰੜੇ ਜਾਣਾ। ਇਸ ਸ਼ਬਦ ਦੀ ਵਿਚਾਰ ਭੈਣ ਜੀ ਮਨਿੰਦਰ ਕੌਰ ਜੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਨ। ਮੈਂ ਭੈਣ ਜੀ ਨੂੰ ਬੇਨਤੀ ਕਰਦਾ ਹਾਂ ਕਿ ਸ਼ਬਦ ਵਿਚਾਰ ਆਰੰਭ ਕਰਨ। ਭੈਣ ਜੀ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਜਿਸ ਤਰ੍ਹਾਂ ਕੀ ਦੱਸਿਆ ਹੈ ਕਿ ਇਹ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਗੌੜੀ ਪੰਚਪਦਾ। ਪਹਿਲਾਂ ਅਸੀਂ ਸ਼ਬਦ ਉਚਾਰਨ ਕਰ ਲੈਂਦੇ ਹਾਂ। ਪੇਵਕੜੇ ਦਿਨ ਚਾਰ ਹੈ ਸਹੁਰੜੇ ਜਾਣਾ, ਅੰਧਾ ਲੋਕ ਨ ਜਾਣਈ ਮੂਰਖ ਇਆਣਾ। ਕੌ ਡੱਡੀਆ ਬਾਂਧੈ ਧਨ ਖੜੀ, ਪਾਹੂ ਘਰ ਆਏ ਮੁਕਲਾਓ ਆਏ ਰਹਾਓ। ਉਹ ਜੇ ਦਿਸੈ ਖੂੜੀ ਕੌਣ ਲਾਜ ਵਹਾਰੀ, ਲਾਜ ਕੜੀ ਸਿਉ ਟੁੱਟ ਪੜੀ ਉਠ ਚਲੀ ਪਨਿਹਾਰੀ। ਸਾਹਿਬ ਹੋਏ ਦਇਆਲ ਕਿਰਪਾ ਕਰੇ, ਆਪਣਾ ਕਾਰਜ ਸਵਾਰੇ। ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ, ਕਿਰਤ ਕੀ ਬਾਂਧੀ ਸਭ ਫਿਰੈ ਦੇਖੋ ਵਿਚਾਰੀ। ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ, ਭਈ ਨਿਰਾਸੀ ਉਠ ਚਲੀ ਚਿਤ ਬੰਦ ਨਾ ਤੀਰਾ। ਹਰ ਕੀ ਚਰਨੀ ਲਾਗ ਰਹੋ ਭਜ ਸ਼ਰਨ ਕਬੀਰਾ। ਇਹ ਸ਼ਬਦ ਜਿਹੜਾ ਹੁਣੇ ਅਸੀਂ ਸਰਵਣ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 333-34 ਤੇ ਦਰਜ ਹੈ। ਇਹ ਭਗਤ ਕਬੀਰ ਜੀ ਦੇ ਸ਼ਬਦਾਂ ਵਿੱਚੋਂ ਪੰਚਪਦੇ ਦਾ ਸ਼ਬਦ ਹੈ ਤੇ ਪੰਚਪਦੇ ਤੋਂ ਭਾਵ ਹੈ ਪੰਜ ਪਦਿਆਂ ਵਾਲਾ, ਪੰਜ ਬੰਦਾਂ ਵਾਲਾ। ਇਸ ਸ਼ਬਦ ਰਾਹੀਂ ਕਬੀਰ ਜੀ ਨੇ ਇਹ ਸਮਝਾਇਆ ਹੈ ਕਿ ਸਾਨੂੰ ਅਨਮੋਲ ਮਨੁੱਖਾ ਜਨਮ ਮਿਲਿਆ ਹੈ। ਇਸ ਅਮੁੱਲੇ ਜੀਵਨ ਸਫਰ ਵਿੱਚ ਅਸੀਂ ਕੀ ਤਿਆਰੀ ਕਰਨੀ ਹੈ। ਆਏ ਲਾਹਾ ਖੱਟਣ ਲਈ ਹਾਂ ਤੇ ਜ਼ਿੰਦਗੀ ਬੀਤਦੀ ਜਾਂਦੀ ਪਈ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਰਹਾਉ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਤੇ ਗੁੰਝਲ ਤੇ ਅੰਤਰੀ ਭਾਵ ਨੂੰ ਸਮਝਣ ਲਈ ਪਹਿਲਾਂ ਰਹਾਉ ਦੇ ਬੰਦ ਨੂੰ ਸਮਝ ਲਈਏ ਤੇ ਸ਼ਬਦ ਦੇ ਦੂਸਰੇ ਬੰਦ ਸਮਝਣਾ ਆਸਾਨ ਹੋ ਜਾਂਦਾ ਹੈ। ਇਸ ਲਈ ਗਾਇਨ ਕਰਨ ਲੱਗਿਆਂ ਵੀ ਰਹਾਉ ਨੂੰ ਸਥਾਈ ਬਣਾ ਕੇ ਗਾਇਨ ਕਰਨ ਦੀ ਰਿਵਾਇਤ ਹੈ। ਸੋ ਪਹਿਲਾਂ ਰਹਾਉ ਦੀਆਂ ਪੰਕਤੀਆਂ ਨੂੰ ਹੀ ਸਮਝਣ ਦਾ ਯਤਨ ਕਰਦੇ ਹਾਂ। ਇਸ ਦੀ ਰਹਾਉ ਦੀ ਪੰਕਤੀ ਹੈ, ਕੋ ਡੱਡੀਆ ਬਾਂਧੈ ਧਨ ਖੜੀ, ਪਾਹੂ ਘਰ ਆਏ ਮੁਕਲਾਓ ਆਏ ਰਹਾਓ। ਕੋ ਤੋਂ ਭਾਵ ਹੈ ਦੱਸੋ, ਸਵਾਲ ਰੂਪ ਵਿੱਚ ਹੈ। ਸਵਾਲ ਪੁੱਛਿਆ ਹੈ ਕਿ ਇਹ ਕਿਸ ਤਰ੍ਹਾਂ ਦਾ ਅਚਰਜ ਹੈ। ਤੇ ਡੱਡੀਆ ਤੋਂ ਭਾਵ ਹੈ ਉਹ ਅੱਧੀ ਧੋਤੀ। ਜਦ ਘਰ ਦੇ ਕੰਮ ਕਾਜ ਕਰਨ ਲੱਗਿਆ ਧੋਤੀ ਉੱਪਰ ਟੁੰਗ ਲਈ ਜਾਂਦੀ ਸੀ, ਜਿਸ ਨਾਲ ਕੰਮ ਕਰਨ ਲੱਗਿਆ ਉਹ ਗੰਦੀ ਨਾ ਹੋਵੇ। ਤੇ ਡੱਡੀਆ ਬਾਂਧੇ ਧਨ ਘੜੀ ਤੋਂ ਭਾਵ ਹੈ ਖਲੋਤੀ ਹੋਈ ਹੈ। ਧਨ ਇਸਤਰੀ ਲਈ ਆਇਆ ਹੈ ਤੇ ਇੱਕ ਕਰਤਾ ਪੁਰਖ ਹੈ ਰੱਬ ਜਾਂ ਪਰਮਾਤਮਾ, ਬਾਕੀ ਸਾਰੇ ਜੀਵ ਇਸਤਰੀ ਰੂਪ ਹਨ। ਸੋ ਧਨ ਖੜੀ ਮੁਹਾਵਰਾ ਹੈ ਜੋ ਸਾਰੇ ਜੀਵਾਂ ਲਈ ਆਇਆ ਹੈ। ਕੋ ਡੱਡੀਆ ਬਾਂਧੈ ਧਨ ਖੜੀ, ਪਾਹੂ ਕਰ ਆਏ ਮੁਕਲਾਓ ਆਏ। ਪਾਹੂ ਮਹਿਮਾਨ ਜਾਂ ਪ੍ਰਾਹੁਣ ਨੇ ਜੋ ਕਿ ਮੁਕਲਾਵਾ ਲੈਣ ਆਏ ਹਨ।
ਇੱਥੇ ਜੀਵ ਇਸਤਰੀ ਨੂੰ ਲੈਣ ਆਏ ਜੰਮਾ ਦੀ ਗੱਲ ਹੈ। ਕਰ ਰਾਰਾ ਸਿਹਾਰੀ ਨਾਲ ਆਇਆ ਹੈ, ਭਾਵ ਹੋਏਗਾ ਘਰ ਵਿੱਚ ਆਏ ਜਾਂ ਆ ਗਏ ਹਨ। ਮੁਕਲਾਓ ਆਏ, ਮੁਕਲਾਵਾ ਲੈ ਕੇ ਜਾਣ ਲਈ ਆਏ ਹਨ। ਪੁਰਾਣੇ ਸਮੇਂ ਵਿੱਚ ਵਿਆਹ ਜਲਦੀ ਕਰ ਦਿੱਤੇ ਜਾਂਦੇ ਸੀ ਤੇ ਫਿਰ ਬਾਅਦ ਵਿੱਚ ਉਹ ਮੁਕਲਾਵਾ ਜਾਂਦਾ ਸੀ। ਜਦੋਂ ਕੁੜੀ ਜਾਂ ਬੱਚੀ ਸਿਆਣੀ ਹੋ ਜਾਂਦੀ ਸੀ ਤੇ ਵਿਆਹ ਹੋਣ ਤੋਂ ਬਾਅਦ ਤੇ ਮੁਕਲਾਵੇ ਤੋਂ ਪਹਿਲਾਂ ਦਾ ਜੋ ਸਮਾਂ ਹੁੰਦਾ ਹੈ ਉਸ ਵਿੱਚ ਕੁੜੀ ਨੂੰ ਬਹੁਤ ਸਾਰਾ ਕੁਝ ਸਿਖਾਇਆ ਜਾਂਦਾ ਹੈ। ਮਤਲਬ ਉਸ ਟਾਈਮ ਸਿਖਾਇਆ ਜਾਂਦਾ ਸੀ, ਅੱਜ ਵੀ ਸਿਖਾਉਣਾ ਚਾਹੀਦਾ ਹੈ। ਉੱਥੇ ਘਰ ਦੀਆਂ ਵੱਡੀਆਂ ਦਾਦੀਆਂ ਨਾਨੀਆਂ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕਰਦੀਆਂ ਸਨ। ਕੋਈ ਹੱਥ ਨਾਲ ਬਣੀਆਂ ਦਰੀਆਂ, ਚਾਦਰਾਂ ਤੇ ਹੋਰ ਸਮਾਨ ਆਦਿ, ਤੇ ਨਾਲ ਹੀ ਫੁਲਕਾਰੀ ਦੀ ਕਢਾਈ ਕਰਨੀ ਵੀ ਸਿਖਾਈ ਜਾਂਦੀ ਸੀ। ਜਾਂ ਅਸੀਂ ਕਹਿ ਲਈਏ ਕਿ ਚੱਜ ਆਚਾਰ ਦੀਆਂ ਚੀਜ਼ਾਂ ਸਿਖਾਣੀਆਂ, ਕਰਦੇ ਕੰਮਕਾਜ ਕਰਨ ਦਾ ਸਲੀਕਾ ਸਿਖਾਣਾ, ਕਿ ਮੁਕਲਾਵਾ ਤੋਰਨਾ ਹੈ ਤੇ ਸਾਰੀ ਤਿਆਰੀ ਹੁੰਦੀ ਸੀ। ਕਬੀਰ ਜੀ ਨੇ ਉਸੇ ਤਿਆਰੀ ਨੂੰ ਮੁੱਖ ਰੱਖ ਕੇ ਗੱਲ ਕੀਤੀ ਹੈ ਕਿ ਜਿਵੇਂ ਜਦੋਂ ਬੰਦੇ ਦਾ ਜਨਮ ਹੋਇਆ ਤੇ ਸਮਝ ਲਓ ਕਿ ਇਸ ਦਾ ਵਿਆਹ ਹੋ ਗਿਆ, ਤੇ ਬਚਪਨ ਵਿੱਚ, ਛੋਟੀ ਉਮਰ ਵਿੱਚ, ਤੇ ਹੁਣ ਇੱਕ ਦਿਨ ਇਸ ਦਾ ਮੁਕਲਾਵਾ ਜਾਣਾ ਹੈ। ਪ੍ਰਭੂ ਪਤੀ ਨੇ ਮੁਕਲਾਵਾ ਲੈਣ ਆਉਣਾ ਹੈ ਤੇ ਹੁਣ ਮੁਕਲਾਵਾ ਲੈਣ ਆਉਣ ਦਾ ਸਮਾਂ ਵੀ ਆ ਗਿਆ ਹੈ, ਪਰ ਇਸਨੇ ਭਾਵ ਜੀਵ ਇਸਤਰੀ ਨੇ ਕੋਈ ਤਿਆਰੀ ਹੀ ਨਹੀਂ ਕੀਤੀ। ਅਗਲੇ ਸਮੇਂ ਜਾਂ ਇੰਜ ਕਹਿ ਲਈਏ ਕੁਝ ਸਮੇਂ ਬਾਅਦ ਥੋੜੀ ਵੱਡੀ ਉਮਰੇ ਵਿਆਹ ਹੋਣ ਲੱਗੇ, ਤਾਂ ਵੀ ਜਦੋਂ ਘਰ ਕੁੜੀ ਦਾ ਜਨਮ ਹੁੰਦਾ ਹੈ ਤੇ ਉਦੋਂ ਤੋਂ ਹੀ ਦਾਜ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਨੇ, ਤੇ ਚਾਦਰਾਂ, ਦਰੀਆਂ, ਬਿਸਤਰੇ ਆਦਿ ਭਾਂਡੇ ਇਹ ਰੌਰੀ ਚਲੀ ਹੀ ਆ ਰਹੀ ਹੈ। ਇਸ ਤੋਂ ਭਾਵ ਹੈ ਕਿ ਇੱਕ ਸਮਾਂ ਐਸਾ ਆਣਾ ਹੈ ਕਿ ਜਿਸ ਲਈ ਤਿਆਰੀ ਦੀ ਲੋੜ ਹੈ। ਚੱਜ ਆਚਾਰ ਵੀ ਆਉਣਾ ਚਾਹੀਦਾ ਹੈ, ਕਿਉਂਕਿ ਗੁਣਾਂ ਦੀ ਹੀ ਸਾਂਝ ਪੈਣੀ ਹੈ। ਸਹੁਰੇ ਜਾ ਕੇ ਤੇ ਤੂੰ ਬਹੁਤ ਸੋਹਣੀ ਹੈ, ਰੂਪ ਰੰਗ ਸੋਹਣਾ ਹੈ, ਰੰਗ ਵੀ ਅੱਛਾ ਹੈ, ਤੇ ਉਹ ਤੇ ਅਸੀਂ ਆਮ ਭਾਸ਼ਾ ਵਿੱਚ ਕਹਿ ਦਿੰਦੇ ਹਾਂ ਕਿ ਤੇਰੇ ਸੁਹੱਪਣ ਨੂੰ ਚੱਟਣਾ ਹੈ। ਜੇ ਰੋਟੀ ਪਾਣੀ ਬਣਾਉਣੀ ਨਹੀਂ ਆਉਂਦੀ, ਘਰ ਦੇ ਕੰਮਕਾਰ ਕਰਨੇ ਨਹੀਂ ਆਉਂਦੇ। ਉਸ ਪ੍ਰਸੰਗ ਨੂੰ ਕਬੀਰ ਜੀ ਨੇ ਨਾਲ ਲੈਂਦੇ ਹੋਏ ਕਿਹਾ ਹੈ ਕਿ ਇਹ ਤਾਂ ਘਰ ਦੇ ਕੰਮਾਂ ਵਿੱਚ ਹੀ ਰੁੱਝੀ ਹੋਈ ਹੈ। ਪਤੀ ਪਰਮੇਸ਼ਵਰ ਲੈਣ ਆ ਗਿਆ ਹੈ। ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਡੱਡੀਆਂ ਹੁੰਦੀ ਹੈ ਗੋਡਿਆਂ ਤੋਂ ਉੱਚੀ ਕਰਕੇ ਬੰਨੀ ਹੋਈ ਧੋਤੀ। ਪਹਿਲੇ ਸਮੇਂ ਵਿੱਚ ਉਦੋਂ ਸੂਟ ਨਹੀਂ ਹੁੰਦੇ ਸਨ, ਧੋਤੀ ਹੁੰਦੀ ਸੀ, ਤੇ ਲੇਡੀਜ਼ ਜਦੋਂ ਘਰ ਦਾ ਕੰਮਕਾਰ ਕਰਨਾ, ਸਫਾਈ ਆਦਿ ਕਰਨ ਲੱਗਿਆ ਜਾਂ ਹੋਰ ਕੰਮ ਕਰਨ ਲੱਗਿਆ ਤੇ ਧੋਤੀ ਜਰਾ ਉੱਤੇ ਟੁੰਗ ਲੈਂਦੀਆਂ ਸਨ ਜਾਂ ਫਿਰ ਛੋਟੀ ਧੋਤੀ ਬਣ ਲੈਂਦੀਆਂ ਸਨ। ਇਹ ਅੱਜ ਵੀ ਅਸੀਂ ਦੇਖਦੇ ਹਾਂ ਕਿ ਘਰ ਕੰਮ ਕਰਨ ਲੱਗਿਆ ਜਾਂ ਖਾਸ ਕਰਕੇ ਜੇ ਪਾਣੀ ਵਿੱਚ ਕੰਮ ਕਰਨਾ ਹੈ ਤੇ ਸਲਵਾਰ ਹੋਵੇ ਜਾਂ ਕੋਈ ਖੁੱਲਾ ਲੋਵਰ ਪਾਇਆ ਹੋਵੇ ਤੇ ਉਸਨੂੰ ਥੋੜਾ ਉੱਤੇ ਟੁੰਗ ਲਈਦਾ ਹੈ, ਭਾਵ ਅਜੇ ਅਸੀਂ ਕੰਮ ਵਿੱਚ ਹੀ ਰੁੱਝੇ ਹੋਏ ਹਾਂ। ਹੁਣ ਇੱਥੇ ਇਹੀ ਗੱਲ ਕਬੀਰ ਸਾਹਿਬ ਜੀ ਕਹਿ ਰਹੇ ਹਨ ਕਿ ਮੁਕਲਾਵਾ ਲੈਣ ਲਈ ਆ ਵੀ ਗਏ ਨੇ, ਪਰ ਇਸਨੇ ਨਾ ਸਿਰ ਵਾਇਆ ਨਾ ਕੁਝ ਤਿਆਰੀ ਕੀਤੀ ਹੈ। ਇਹਨੂੰ ਭੁੱਲ ਗਿਆ ਕਿ ਮੌਤ ਦਾ ਸਮਾਂ ਆਉਣਾ ਹੈ ਤੇ ਮੈਂ ਕੋਈ ਤਿਆਰੀ ਨਹੀਂ ਕੀਤੀ ਹੋਈ, ਫਿਰ ਮੈਂ ਸੁਚੱਜੀ ਜੀਵ ਇਸਤਰੀ ਤੇ ਨਾ ਹੋਈ। ਕਿਉਂਕਿ ਜਿਸ ਕੰਮ ਦਾ ਪਤਾ ਹੋਵੇ ਕਿ ਇਹ ਕੰਮ ਸਾਨੂੰ ਕਰਨਾ ਹੈ, ਪਰ ਪਤਾ ਨਹੀਂ ਕਿਸ ਵੇਲੇ ਅਚਨਚੇਤ ਕਰਨਾ ਪੈ ਜਾਣਾ ਹੈ, ਉਸ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਜਿਵੇਂ ਅੱਜ ਕੱਲ ਅਸੀਂ ਹੈਲਥ ਇੰਸ਼ੋਰੈਂਸ ਕਰਕੇ ਰੱਖਦੇ ਹਾਂ, ਪਤਾ ਨਹੀਂ ਕਿਸ ਵੇਲੇ ਲੋੜ ਪੈ ਜਾਏ, ਤੇ ਇਸੇ ਤਰ੍ਹਾਂ ਮੁਕਲਾਵੇ ਦਾ ਵੀ ਸਾਨੂੰ ਨਹੀਂ ਪਤਾ ਹੈ ਕਿ ਕਿਸ ਵੇਲੇ ਆਉਣਾ ਹੈ, ਪਰ ਆਉਣਾ ਜ਼ਰੂਰ ਹੈ। ਆਇਆ ਹਕਾਰਾ ਚੱਲਣ ਵਾਲਾ, ਉਸ ਵੇਲੇ ਅਸੀਂ ਕੀ ਕਰ ਸਕਦੇ ਹਾਂ? ਸੋ ਰਹਾਉ ਬੰਦ ਵਿੱਚ ਬੱਚੀ ਦੇ ਵਿਆਹ ਅਤੇ ਮੁਕਲਾਵੇ ਦੇ ਵਿੱਚ ਦੇ ਸਮੇਂ ਦਾ ਉਦਾਹਰਣ ਦਿੰਦੇ ਹੋਏ, ਜੀਵਨ ਜੋ ਕਿ ਜਨਮ ਤੋਂ ਮਰਨ ਦੇ ਵਿੱਚ ਦਾ ਸਮਾਂ ਹੈ, ਜੋ ਸਾਡੇ ਆਪਣੇ ਹੱਥ ਵਿੱਚ ਹੈ, ਉਸ ਵਕਤ ਨੂੰ ਕਿਵੇਂ ਸਾਰਥਕ ਕਰਨਾ ਹੈ, ਇਸ ਨੂੰ ਹੀ ਅਗਲੇ ਜਿਹੜੇ 5 ਬੰਦ ਹਨ ਉਹਨਾਂ ਵਿੱਚ ਖੋਲ ਕੇ ਸਮਝਾਇਆ ਹੈ ਕਿ ਇੱਥੇ ਤਾਂ 4 ਦਿਨ ਦਾ ਵਸੇਵਾ ਹੈ। ਜੇ ਵਿਆਹ ਹੋ ਗਿਆ ਔਰ ਜਨਮ ਹੋਇਆ ਹੈ ਤੇ ਨਿਸ਼ਚਿਤ ਹੈ ਮੁਕਲਾਵਾ ਜਾਏਗਾ, ਪਾਉ ਮੌਤ ਆਉਣੀ ਹੀ ਹੈ।
ਪਰ ਭਲਿਆ ਤੂੰ ਜਨਮ ਲੈਣ ਤੋਂ ਫਿਰ ਮੌਤ ਦੇ ਆਉਣ ਤੱਕ ਤਿਆਰੀ ਕੀ ਕੀਤੀ ਹੈ? ਇਹ ਸਵਾਲ ਹੈ। ਤੂੰ ਜ਼ਿੰਦਗੀ ਵਿੱਚ ਕਿਹੜੇ ਗੁਣ ਇਕੱਠੇ ਕੀਤੇ ਕਿ ਤੇਰਾ ਮਾਲਕ ਨਾਲ ਮਿਲਾਪ ਹੋ ਜਾਏ? ਤੇ ਜੇ ਤਿਆਰੀ ਨਾ ਹੋਈ ਹੋਵੇ ਤੇ ਜਿਹੋ ਜਿਹੀ ਮੈਲੀ ਕੁਚੈਲੀ ਬਣੀ ਹੋਈ ਜੀਵ ਇਸਤਰੀ ਹੈ, ਮਾਲਕ ਉਦਾਂ ਹੀ ਲੈ ਜਾਂਦਾ ਹੈ। ਫਿਰ ਉਹਦੇ ਦਰ ਤੇ ਸ਼ੋਭਾ ਤਾਂ ਨਹੀਂ ਪੈਂਦੀ, ਕਿਉਂਕਿ ਸ਼ੋਭਾ ਤਾਂ ਸਲੀਕੇ ਨਾਲ ਸੀ। ਸੋਹਣੇ ਸਾਫ ਸੁਥਰੇ ਕੱਪੜੇ ਹੁੰਦੇ, ਸੋਨਾ ਸਿਰ ਵਾਇਆ ਹੁੰਦਾ। ਜਿਵੇਂ ਕਈ ਵਾਰ ਹੁੰਦਾ ਹੈ ਕਿ ਅਸੀਂ ਦੇਰ ਨਾਲ ਉੱਠਦੇ ਹਾਂ, ਸਿਰ ਵੀ ਨਹੀਂ ਵਾਇਆ ਹੋਇਆ, ਨਾਈਟ ਸੂਟ ਵਿੱਚ ਹੀ ਹੁੰਦੇ ਆ, ਤੇ ਅਚਾਨਕ ਕੋਈ ਆ ਜਾਵੇ ਤੇ ਕਿੰਨੀ ਸ਼ਰਮ ਜਿਹੀ ਆਉਂਦੀ ਹੈ ਕਿ ਮੈਂ ਕੱਪੜੇ ਵੀ ਨਹੀਂ ਬਦਲੇ, ਸਿਰ ਵੀ ਨਹੀਂ ਵਾਇਆ, ਘਰ ਵੀ ਗੰਦਾ ਪਿਆ ਹੈ। ਪਰ ਜੇ ਪਤਾ ਹੋਵੇ ਫਿਰ ਜਲਦੀ ਜਲਦੀ ਕੰਮ ਨਿਪਟਾਉਂਦੇ ਹਾਂ, ਕਿਸੇ ਨੇ ਆਉਣਾ ਹੈ, ਕੰਮ ਨਿਪਟਾ ਕੇ ਤਿਆਰ ਹੋ ਕੇ ਬਈਏ। ਤੇ ਮੌਤ ਦਾ ਸਮਾਂ ਆਉਣਾ ਹੈ ਤੇ ਮੈਂ ਕੋਈ ਤਿਆਰੀ ਨਹੀਂ ਕੀਤੀ ਹੋਈ, ਫਿਰ ਮੈਂ ਸੁਚੱਜੀ ਜੀਵ ਇਸਤਰੀ ਤੇ ਨਾ ਹੋਈ। ਕਿਉਂਕਿ ਜਿਸ ਚੀਜ਼ ਦਾ ਪਤਾ ਨਾ ਹੋਵੇ ਉਸ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। पेवकड़े पहला बंद है। पेवकड़े दिन 4 है, साउरड़े जाना, अंधा लोक न जाने, मूर्ख आना। पेवकड़े पेका कर ਜਾਂ ਪਿਤਾ ਦਾ ਘਰ, ਜਿੱਥੇ ਬੱਚੀ ਦਾ ਜਨਮ ਹੋਇਆ ਹੈ। ਇਹਨਾਂ ਪੰਕਤੀਆਂ ਵਿੱਚ ਭਾਵ ਹੈ ਇਸ ਦਿਸਦੇ ਸੰਸਾਰ ਵਿੱਚ, ਇਸ ਜਿਹੜੀਆਂ ਪੰਕਤੀਆਂ ਹਨ ਇਹਨਾਂ ਦਾ ਭਾਵ ਹੈ ਕਿ ਇਸ ਦਿਸਦੇ ਸੰਸਾਰ ਵਿੱਚ ਪੇਕਾ ਘਰ। दिन 4 ਇਹ ਮੁਹਾਵਰਾ ਹੈ, ਕੁਝ ਦਿਨਾਂ ਲਈ ਜਾਂ ਥੋੜੇ ਸਮੇਂ ਲਈ। ਉਹ ਸਮਾਂ ਕਿੰਨਾ ਹੈ ਇਸ ਦਾ ਸਾਨੂੰ ਅੰਦਾਜ਼ਾ ਨਹੀਂ ਹੈ। ਉਹ ਇੱਕ ਪਲ ਵੀ ਹੋ ਸਕਦਾ ਹੈ ਤੇ ਲੰਬੀ ਉਮਰ ਵੀ ਹੋ ਸਕਦੀ ਹੈ। ਤੇ ਇਸ ਤਰ੍ਹਾਂ ਦੇ ਹੋਰ ਵੀ ਮੁਹਾਵਰੇ ਗੁਰਬਾਣੀ ਵਿੱਚ ਵਰਤੇ ਗਏ ਹਨ। ਸਹੁਰੇ ਜਾਣਾ, ਸਹੁਰੇ ਘਰ ਵੀ ਜਾਣਾ। ਇੱਥੇ ਸਹੁਰਾ ਘਰ ਉਸ ਲੋਕ ਦਾ ਗੁਰਬਾਣੀ ਵਿੱਚ ਸਹੁਰੇ ਜਾਣਾ, ਸਹੁਰੇ ਘਰ ਵੀ ਜਾਣਾ। ਇੱਥੇ ਸਹੁਰਾ ਘਰ ਉਸ ਲੋਕ ਜਾਂ ਪਰਲੋਕ ਲਈ ਆਇਆ ਹੈ, ਮਰਨ ਤੋਂ ਬਾਅਦ। ਅੰਧਾ ਲੋਕ न जाने, ਮੂਰਖ ਆਣਾ। ਆਣਾ ਨਾ ਸਮਝ ਲਈ ਆਇਆ ਹੈ, ਜਿਸਨੂੰ ਗੱਲ ਦੀ ਸਮਝ ਜਲਦੀ ਨਹੀਂ ਲੱਗਦੀ, ਜਾਂ ਬਾਲ ਬੁੱਧ ਕਹਿ ਦਿੰਦੇ ਹਾਂ। ਬਾਰ-ਬਾਰ ਸਮਝਾਉਣ ਤੋਂ ਬਾਅਦ ਵੀ ਗੱਲ ਨਾ ਸਮਝਦਾ ਹੋਵੇ। ਕਬੀਰ ਸਾਹਿਬ ਨੇ ਉਸਨੂੰ ਆਣਾ ਕਿਹਾ ਹੈ। ਇਹ ਬੰਦਾ ਮੂਰਖ ਹੈ, ਅਗਿਆਨੀ ਹੈ, ਆਣਾ ਹੈ। ਕਿਉਂ? ਕਿਉਂਕਿ ਬੱਚਿਆਂ ਵਾਲੀ ਬਿਰਤੀ ਹੈ, ਜਾਂ ਤੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ, ਜਾਂ ਤੇ ਬੱਚਿਆਂ ਵਾਂਗ ਟਾਲ ਦਿੰਦਾ ਹੈ। ਪੇਵਕੜੇ ਦਿਨ 4 ਹੈ, ਸਾਉਰੜੇ ਜਾਣਾ। ਜਗਤ ਵਿੱਚ ਆਏ ਨਾ ਸਮਝ ਬੰਦਿਆਂ ਨੂੰ ਇਹ ਨਹੀਂ ਪਤਾ ਹੈ ਕਿ ਅਸੀਂ ਇਸ ਦੁਨੀਆ ਵਿੱਚ ਥੋੜੇ ਸਮੇਂ ਲਈ ਭੇਜੇ ਗਏ ਹਾਂ। ਹਰੇਕ ਨੇ ਵਾਪਸ ਜ਼ਰੂਰ ਜਾਣਾ ਹੈ। ਗੁਰੂ ਅਮਰਦਾਸ ਸਾਹਿਬ ਜੀ ਵੀ ਫਰਮਾਉਂਦੇ ਹਨ, ਪੇਈੜੇ ਦਿਨ 4 ਹੈ, ਹਰ ਹਰ ਲਿਖ ਪਾਇਆ, ਸ਼ੋਭਾਵੰਤੀ ਨਾਰ ਹੈ, ਗੁਰਮੁਖ ਗੁਣ ਗਾਇਆ। ਇੱਥੇ ਵੀ ਦਿਨ 4 ਮੁਹਾਵਰਾ ਹੈ, ਜਿਸ ਦਾ ਭਾਵ ਹੈ ਥੋੜੇ ਸਮੇਂ ਲਈ। ਪਰਮਾਤਮਾ ਨੇ ਹਰੇਕ ਤੇ ਇਹੀ ਲੇਖ ਲਿਖ ਕੇ ਭੇਜਿਆ ਹੈ ਕਿ ਇਸ ਲੋਕ ਵਿੱਚ ਰਹਿਣ ਵਾਸਤੇ ਥੋੜੇ ਹੀ ਦਿਨ ਮਿਲੇ ਹਨ, ਪਰ ਅਸੀਂ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਾਂ। ਜਦੋਂ ਕਿ ਹਰੀ ਨੇ, ਪਰਮਾਤਮਾ ਨੇ ਲਿਖ ਦਿੱਤਾ ਹੈ ਕਿ ਪੇਕੇ ਘਰ ਵਿੱਚ, ਇਸ ਲੋਕ ਵਿੱਚ ਥੋੜੇ ਸਮੇਂ ਲਈ ਮੁਸਾਫਰ ਵਾਂਗ ਹਾਂ। ਗੁਰੂ ਅੰਗਦ ਸਾਹਿਬ ਜੀ ਵੀ ਲਿਖਦੇ ਹਨ, ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਚਿਰੀ ਤੋਂ ਭਾਵ ਹੈ ਚਿੱਠੀ ਜਾਂ ਹੁਕਮ। ਉਸਦਾ ਹੁਕਮ ਕੋਈ ਮੋੜ ਨਹੀਂ ਸਕਦਾ। ਇਸ ਲਈ ਜਿਹੋ ਜਿਹਾ ਹੁਕਮ ਅਸੀਂ ਲਿਖਾ ਕੇ ਆਉਂਦੇ ਹਾਂ, ਉਸੇ ਤਰ੍ਹਾਂ ਹੁਕਮ ਦੀ ਪਾਲਣਾ ਕਰਦੇ ਹਾਂ। ਅੰਧਾ ਲੋਕ ਨ ਜਾਣੇ, ਮੂਰਖ ਆਣਾ। ਗੁਰਬਾਣੀ ਵਿੱਚ ਗਿਆਨ ਲਈ ਪ੍ਰਕਾਸ਼ ਅੱਖਰ ਵਰਤਿਆ ਗਿਆ ਹੈ। ਇਸੇ ਤਰ੍ਹਾਂ ਅਗਿਆਨਤਾ ਲਈ ਅੰਨਾ ਜਾਣ ਦਾ ਅੱਖਰ ਦੀ ਵਰਤੋਂ ਕੀਤੀ ਗਈ ਹੈ। ਇਸੇ ਤਰ੍ਹਾਂ ਚੰਗੀ ਬਿਰਤੀ ਲਈ ਹੰਸ ਬਿਰਤੀ ਅਤੇ ਮਾੜੀ ਬਿਰਤੀ ਲਈ ਵਗਲਾ ਬਿਰਤੀ ਵਰਤਿਆ ਜਾਂਦਾ ਹੈ। ਅੰਨਾ ਜਗਤ ਨਹੀਂ ਜਾਣਦਾ ਕਿ ਜੀਵ ਇਸਤਰੀ ਨੇ ਇਸ ਸੰਸਾਰ ਵਿੱਚ 4 ਦਿਨ ਪਾਓ, ਥੋੜੇ ਦਿਨ ਹੀ ਰਹਿਣਾ ਹੈ। ਹਰੇਕ ਨੇ ਪਰਲੋਕ ਵਿੱਚ
जिसनों कबीर साहब सौरे घर कह रहे हैं, जरूर जाना है। इत्थे आना तो पाओ उम्र करके छोटा नहीं है, क्योंकि असी देखते हाँ कई छोटे बच्चे भी बड़िया समझदारी दियां गल्लां करते हैं। उसी तरह जद वड्डे मेरे जिहां नूं कोई गल ना समझ आवे ते फिर कह देंदे हाँ कि आने हर जां बच्चियां हर गल करदे पे हो। ते आना समझ ਲਈ आया है। ते इत्थे आना क्यों वरत्या है? क्योंकि तैनू समझ ही नहीं आई है कि इस दुनिया विच थोड़े समय ਲਈ तू रहना है ते फिर वापस जाना है। उत्थे सदा ਲਈ नहीं है, अमर नहीं है। कबीर साहब कहते हैं, कबीर माटी के हम पुतरे मानस रखियो नाव, 4 दिवस के पाहुने बड़ बड़ रूंदे ठाव। कबीर साहब कह रहे हैं कि हाँ असी मिट्टी दे पुतले, पर ना असी अपना ना मनुख रखिया है। मनुख ना ते रख लिया है, पर रह असी मिट्टी दे पुतले वांगी। इस तरह क्यों किया है? क्योंकि जिस परमात्मा ने ये पुतला बना के उस विच अपनी जोत पाई है, उस करणहार रब नूं विसार के बड़ बड़ रूंदे ठाव ज्यादा थां मल्ली जा रहे हाँ, पाओ होर दे पिछे भजदे पे हाँ। ये जानते हुए भी कि अखीर ते ये साडा पक्का ठिकाना नहीं है। जो ही जिंदगी मिली, पहला सांस लिया, अकाल पुरख परमात्मा भुल जाता है। जब बच्चा माता दे गर्भ विच रहिंदा है, उसकी लिव प्रभु नाल जुड़ी रहती है। जिवें ही संसार विच आउंदा है, माया दे प्रभाव नाल लिव छुट जाती है। लिव छुटकी लगी तृष्णा, माया अमर वरताया, ते फिर की होया? माया ने अपना प्रभाव पा दिता। सब तो पहला तो रब भी भुल जाता है। पहले प्यार लगा थन दूध, दूजे माई बाप की सुध, तीजे भैया भाभी बेब, चौथे प्यार उपन्नी खेड। मैं पूरा शब्द नहीं ले रही हाँ। अंग 137-38 ते गुरु नानक साहब जी की बानी है। इस पूरे शब्द विच सतगुर पातशाह ने समझाया है कि उम्र नूं 10 हिस्सियां विच वंडीए ते समझ आंदी है कि मनुख सारी उम्र की करता है। एक तस्वीर जी खिंच दी है, जन्म तो लैके मरण तक दी। जन्म तो लैके मौत तक जीवन हर पल बदलता ही पिया है। जीवन मिलिया, बचपन देखा, जवानी देखी, हुण बुढ़ेपे वल हाँ। समा रेत वांगू साडे हाथ चों निकली जा रहा है। ते जे जीवन मुक्त होना है, जिउंदे जी मुक्त होना है, ते फिर हर पल नूं किवें बिताना है उसकी प्लैनिंग उसकी प्लैनिंग करते रहना चाहिए है। जिवें दूजे कम्मां लई योजनाबंदी करते हाँ, जिवें मान लईए कारी बनाना है ते किड्डा वड्डा बनाना है, किन्ना पैसा लगना है, किन्ना समा लगेगा, आर्कीटैक्ट किहड़ा होवेगा। कई तरह की असी प्लैनिंग करते हाँ, वो करनी चाहिए है ते करते भी हाँ। पर जिंदगी की जदों गल आउंदी है ते फिर असी अवेसले हो जाते हाँ। साडा जोर ना ते जन्म ते है ते ना मौत ते है। जम्मन मरना हुक्म है, भाने आवे जाए। पर जो विचला समय है उस लिए साडे कोल चॉइस है कि वो किवें दा बतीत करना है। चंगे कम्मां विच जिंदगी गुजारनी है जां मंदे कम्मां विच। अपने स्वासां नूं अमृत नाल सींचना है जां नशिਆਂ नाल। परमात्मा ने सानू कर्म इंद्रियां दित्तियां हन, पर नाल ही विवेक बुद्ध भी दित्ती है। इन्हां नाल असी चंगे काम भी कर सकते हाँ ते माड़े भी। इत्थे साडे कोल चॉइस है, असी इन्हां दी वरतों करनी है जां दुरवरतों करनी है। असी मन मर्जी कर सकते हाँ, पर उस नाल जो कर्म बननगे वो सानू आप ही भुगतने पैने हैं। जेहा बीजे सो लुने, कर्मा संदड़ा खेत। जे इस गल नूं चेते रखिए ते साडी चॉइस पॉजिटिव वल जा सकती है। जे असी कोशिश करिए जन्म ते मौत तक दे सफर नूं जीवन क्या है
ਤੇ ਚਾਹੇ ਤੇ ਸਵਾਰ ਕੇ ਜਾ ਤੇ ਚਾਹੇ ਵਿਗਾੜ ਕੇ। ਇਸ ਪਹਿਲੇ ਪਦੇ ਵਿੱਚ ਕਬੀਰ ਜੀ ਸਾਨੂੰ ਸਾਵਧਾਨ ਕੀਤਾ ਹੈ ਕਿ ਤੈਨੂੰ ਜਨਮ ਮਰਨ ਦੇ ਵਿੱਚ ਥੋੜਾ ਜਿਹਾ ਸਮਾਂ ਮਿਲਿਆ ਹੈ, ਉਸ ਨੂੰ ਕਿਵੇਂ ਬਤੀਤ ਕਰਨਾ ਹੈ, ਕਰਨਾ ਕੀ ਸੀ ਤੇ ਕਰ ਕੀ ਰਹੇ ਹਾਂ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ, ਸਭ ਮੁਕਦੀ ਚੱਲੀ ਰਹਿਣ। ਪਰਮਾਤਮਾ ਨੇ ਤੇ ਵਧੀਆ ਮਨੁੱਖੀ ਜੀਵਨ ਦਿੱਤਾ ਹੈ, ਪਰ ਸਾਨੂੰ ਸਮਾਂ ਲਿਮਿਟਿਡ ਹੀ ਮਿਲਿਆ ਹੋਇਆ ਹੈ, ਇਸ ਨੂੰ ਵਧਾ ਘਟਾ ਨਹੀਂ ਸਕਦੇ ਹਾਂ। ਵਰਤੋਂ ਜ਼ਰੂਰ ਆਪਣੀ ਮਰਜ਼ੀ ਮੁਤਾਬਕ, ਚਾਹੇ ਤੇ ਵਿਵੇਕ ਬੁੱਧ ਨਾਲ ਕਰ ਲਈਏ ਤੇ ਚਾਹੇ ਹੈ। ਹੁਣ ਦੂਜੇ ਬੰਦ ਵਿੱਚ ਕਬੀਰ ਜੀ ਕਹਿ ਰਹੇ ਹਨ, ਉਹ ਜੇ ਦਿਸੇ ਖੂੜੀ ਕੌਣ ਲਾਜ ਵਹਾਰੀ। ਉਹ ਖੂੜੀ, ਉਹ ਸੋਨੀ ਜਿਹੀ ਖੂਈ, ਜਿਵੇਂ ਜ਼ਿਆਦਾ ਲਾਡ ਆਵੇ ਤੇ ਮਾਵਾਂ ਬੱਚਿਆਂ ਨੂੰ ਕਹਿ ਦਿੰਦੀਆਂ ਹਨ ਮੇਰਾ ਸੋਨਾ ਬਚੜਾ ਜਾਂ ਮੇਰੀ ਸੋਹਣੀ ਬਚੜੀ। ਇਸੇ ਤਰ੍ਹਾਂ ਖੂਹ ਨੂੰ ਖੂੜੀ ਕਿਹਾ ਹੈ, ਜਿਸਦਾ ਭਾਵ ਸੋਹਣਾ ਦਿਸਦਾ ਜੋ ਸੰਸਾਰ ਹੈ। ਕੌਣ ਤੋਂ ਭਾਵ ਹੈ ਕਿਹੜੀ ਜੀਵ ਇਸਤਰੀ। ਲਾਜ ਲਫ਼ਜ਼ ਲਾਜ ਜੇ ਔਂਕੜ ਨਾਲ ਆਵੇ, ਦੋ ਤਰ੍ਹਾਂ ਨਾਲ ਆਂਦਾ ਹੈ, ਇੱਕ ਔਂਕੜ ਨਾਲ ਆਂਦਾ ਹੈ ਤੇ ਇੱਕ ਬਿਨਾਂ ਔਂਕੜ ਦੇ ਨਾਲ ਆਂਦਾ ਹੈ। ਤੇ ਜੋ ਔਂਕੜ ਨਾਲ ਆਂਦਾ ਹੈ ਤੇ ਫਿਰ ਉਸਦਾ ਮਤਲਬ ਹੋ ਜਾਂਦਾ ਹੈ ਕਿ ਔਂਕੜ ਨਾਲ ਆਂਦਾ ਹੈ ਤੇ ਉਹਦਾ ਮਤਲਬ ਹੈ ਕਿ ਲਾਜ ਰੱਸੀ ਵਾਸਤੇ ਜਿਸ ਤਰ੍ਹਾਂ ਆਇਆ ਹੈ, ਔਰ ਜੇ ਲਾਜ ਬਿਨਾਂ ਔਂਕੜ ਤੋਂ ਆਂਦਾ ਹੈ ਤੇ ਫਿਰ ਉਹ ਲਾਜ ਸ਼ਰਮ ਜਾਂ ਸ਼ਰਮ ਵਾਸਤੇ ਹਯਾ ਵਾਸਤੇ ਯੂਜ਼ ਕਰਦੇ ਹਾਂ। ਤੇ ਲਾਜ ਸੰਸਕ੍ਰਿਤ ਦੇ ਲਫ਼ਜ਼ ਰਜ ਤੋਂ ਬਣਿਆ ਹੈ ਤੇ ਸੰਸਕ੍ਰਿਤ ਵਿੱਚ ਇਹ ਪੁੱਲਿੰਗ ਸੀ, ਪੁਰਾਣੀ ਤੇ ਨਵੀਂ ਪੰਜਾਬੀ ਵਿੱਚ ਇਸਤਰੀ ਲਿੰਗ ਹੈ। ਤੇ ਪਨਿਹਾਰੀ ਪਾਣੀ ਭਰਨ ਵਾਲੀ, ਇੱਥੇ ਭੋਗਾਂ ਵਿੱਚ ਪਰਿਵਰਤ ਜੀਵ ਇਸਤਰੀ ਲਈ ਆਇਆ ਹੈ। ਕੜੀ ਕੜੇ ਜਾਂ ਮਟਕੇ ਲਈ ਹੈ ਤੇ ਟੁੱਟ ਪੜੀ ਟੁੱਟ ਗਈ, ਉੱਠ ਚਲੀ ਪਨਿਹਾਰੀ। ਇਹ ਜੋ ਸੋਹਣੀ ਖੂਈ ਦਿਸ ਰਹੀ ਹੈ, ਭਾਵ ਇਹ ਜੋ ਸੋਹਣਾ ਜਗਤ ਦਿਸ ਰਿਹਾ ਹੈ, ਇਸ ਵਿੱਚ ਕਿਹੜੀ ਜੀਵ ਇਸਤਰੀ ਲੱਜ ਵਾ ਰਹੀ ਹੈ। ਭਾਵ ਇੱਥੇ ਜੋ ਵੀ ਆਉਂਦਾ ਹੈ ਆਪਣੀ ਉਮਰ ਸੰਸਾਰਕ ਭੋਗਾਂ ਵਿੱਚ ਗੁਜ਼ਾਰਨ ਲੱਗ ਪੈਂਦਾ ਹੈ, ਤੇ ਜਿਸ ਦੀ ਲੱਜ ਪਾਉ ਰੱਸੀ ਘੜੇ ਸਮੇਤ ਟੁੱਟ ਜਾਂਦੀ ਹੈ, ਪਾਉ ਜਿਸ ਦੀ ਉਮਰ ਮੁੱਕ ਜਾਂਦੀ ਹੈ ਤੇ ਸਰੀਰ ਟਹਿ ਜਾਂਦਾ ਹੈ, ਉਹ ਜੀਵ ਇਸਤਰੀ ਪਾਣੀ ਭਰਨ ਵਾਲੀ, ਪਾਉ ਭੋਗਾਂ ਵਿੱਚ ਪਰਵਰਤ ਰਹਿਣ ਵਾਲੀ, ਇੱਥੋਂ ਉੱਠ ਕੇ ਪਰਲੋਕ ਨੂੰ ਤੁਰ ਪੈਂਦੀ ਹੈ। ਉਹ ਜੇ ਦਿਸੇ ਖੂੜੀ, ਉਹ ਸੋਨਾ ਜਿਹਾ ਖੂਹ ਇੱਥੇ ਜਗਤ ਲਈ ਹੈ ਤੇ ਕੌਣ ਕਿਹੜੀ ਤੇ ਲੱਜ ਰੱਸੀ ਲਈ ਹੈ, ਜਿਸ ਨਾਲ ਖੂਹ ਵਿੱਚੋਂ ਪਾਣੀ ਕੱਢਣ ਲਈ ਡੋਲ ਜਾਂ ਬਾਲਟੀ ਨਾਲ ਬਣਿਆ ਜਾਂਦਾ ਹੈ। ਤੇ ਲੱਜ ਘੜੀ ਸਿਓ ਟੁੱਟ ਪੜੀ, ਉੱਠ ਚਲੀ ਪਨਿਹਾਰੀ। ਲੱਜ ਜੇ ਬਿਨਾਂ ਅਦਕ ਲਾਏ, ਜੇ ਜਿਸ ਤਰ੍ਹਾਂ ਉਹਨੇ ਮੈਂ ਦੱਸਿਆ ਹੈ ਕਿ ਪੜ੍ਹਦੇ ਹਾਂ ਤੇ ਉਸਦਾ ਅਰਥ ਬਦਲ ਜਾਏਗਾ ਤੇ ਸ਼ਰਮ ਹਯਾ, ਪਰ ਜੇ ਅਦਕ ਲਾ ਕੇ ਪੜ੍ਹਦੇ ਹਾਂ ਤੇ ਲੱਜ ਜਿਸ ਦਾ ਭਾਵ ਰੱਸੀ ਜਾਂ ਡੋਰੀ ਹੈ। ਇਸ ਤੋਂ ਭਾਵ ਹੈ ਕਿ ਜਦੋਂ ਬਾਰ-ਬਾਰ ਰੱਸੀ ਡੋਲ ਨਾਲ ਬਨ ਕੇ ਖੂਹ ਵਿੱਚ ਉੱਪਰ ਤੋਂ ਚੱਕਰੀ ਜਿਹੀ ਜਿਹੜੀ ਬਣੀ ਹੁੰਦੀ ਹੈ ਉਸ ਤੋਂ ਲਮਕਾਈ ਜਾਂਦੀ ਹੈ ਤੇ ਫਿਰ ਖਿੱਚੀ ਜਾਂਦੀ ਹੈ, ਹਰ ਵਾਰ ਉਹ ਥੋੜੀ ਥੋੜੀ ਛਿਜਦੀ ਪਈ ਹੁੰਦੀ ਹੈ ਜੋ ਕਿ ਸਾਨੂੰ ਦਿਸਦੀ ਨਹੀਂ ਹੈ। ਪਰ ਇੱਕ ਸਮਾਂ ਐਸਾ ਆਉਂਦਾ ਹੈ ਕਿ ਉਹ ਰਗੜਿੰਦੇ ਕਿਸੇ ਥਾਂ ਤੋਂ ਪੂਰੀ ਹੀ ਟੁੱਟ ਜਾਂਦੀ ਹੈ ਤੇ ਉਹ ਡੋਲ ਜਾਂ ਬਾਲਟੀ ਕਹਿ ਲਈਏ, ਉਸ ਸਮੇਂ ਖੂਹ ਵਿੱਚ ਡਿੱਗ ਪੈਂਦੀ ਹੈ। ਇਸ ਵਾਰ ਜੋ ਰੱਸੀ ਹੈ ਖਾਲੀ ਹੱਥ ਵਿੱਚ ਆ ਜਾਂਦੀ ਹੈ। ਪਾਣੀ ਭਰਨ ਆਈ ਪਨਿਹਾਰਨ ਨਿਰਾਸ਼ ਹੋ ਜਾਂਦੀ ਹੈ ਕਿ ਹੁਣ ਕੀ ਕਰਾਂ। ਆਪਣੇ ਆਪ ਤੋਂ ਹੀ ਸਵਾਲ ਹੈ ਕਿ ਹੁਣ ਪਾਣੀ ਕਿਵੇਂ ਭਰਾਂ। ਇਸੇ ਤਰ੍ਹਾਂ ਜਦ ਸਾਡੀ ਜ਼ਿੰਦਗੀ ਦੀ ਡੋਰ ਵੀ ਹੌਲੀ ਹੌਲੀ ਛਿਜ ਰਹੀ ਹੈ, ਉਹ ਕਿਸੇ ਵੇਲੇ ਅਚਨਚੇਤ ਟੁੱਟ ਜਾਣੀ ਹੈ, ਉਸ ਵਕਤ ਫਿਰ ਅਸੀਂ ਨਿਰਾਸ਼ ਹੋਣਾ ਹੈ। ਕਬੀਰ ਸਾਹਿਬ ਜੀ ਨੇ ਇਹ ਦ੍ਰਿਸ਼ਟਾਂਤ ਦਿੱਤਾ ਹੈ ਕਿ ਇਹ ਬੱਚੀ ਤੇ ਖੂਹ ਵਿੱਚੋਂ ਪਾਣੀ ਕੱਢ ਰਹੀ ਹੈ ਤੇ ਪ੍ਰਾਣੀ ਤੂੰ ਸੰਸਾਰ ਰੂਪੀ ਖੂਹ ਵਿੱਚੋਂ ਕੀ ਕੱਢ ਰਿਹਾ ਹੈ, ਵਿਸ਼ੇ ਵਿਕਾਰ। ਹੁਣ ਇੱਥੇ ਰੱਸੀ ਕਿਹੜੀ ਹੈ, ਸਾਡੀ ਉਮਰ, ਜਿਹੜੀ ਜਿਉਂ-ਜਿਉਂ ਉਮਰ ਵੱਧਦੀ ਹੈ ਬੰਦਾ ਵਿਸ਼ੇ ਵਿਕਾਰਾਂ ਵਿੱਚ ਹੋਰ ਬੱਝਾ ਜਾਂਦਾ ਹੈ। ਵਿਕਾਰ ਕਿਸੇ ਵੀ ਉਮਰ ਵਿੱਚ ਸਮਾਪਤ ਨਹੀਂ ਹੁੰਦੇ, ਬਲਕਿ ਹਰੇਕ ਸਵਾਸ ਵਿੱਚ ਵੱਧਦੇ ਜਾਂਦੇ ਹਨ। ਵਿਕਾਰਾਂ ਦਾ ਸੰਬੰਧ ਉਮਰ ਨਾਲ ਨਹੀਂ ਹੈ, ਉਹ ਕਿਸੇ ਵੀ ਉਮਰ ਵਿੱਚ ਹਮਲਾ ਕਰ ਸਕਦੇ ਹਨ। ਦਿਨਸ ਚੜ੍ਹੇ ਫਿਰ ਆਥ ਵੈ,
रैन सबाई जाए, आओ कटे नर ना बुझे, नित मूसा लाज टुकाए। ਇੱਕ ਇੱਕ ਦਿਨ, ਇੱਕ ਇੱਕ ਰਾਤ, ਜਿਵੇਂ ਜਿਵੇਂ ਲੰਘਦੇ ਪਏ ਹਨ, ਗੁਜ਼ਰਦਾ ਹੋਇਆ ਸਮਾਂ ਮਨੁੱਖ ਦੀ ਉਮਰ ਨੂੰ ਘਟਾਈ ਜਾ ਰਿਹਾ ਹੈ। ਸਾਨੂੰ ਇਸ ਗੱਲ ਦਾ ਪਤਾ ਹੈ, ਫਿਰ ਵੀ ਅਸੀਂ ਸੁਚੇਤ ਨਹੀਂ ਹਾਂ। ਜੇ ਇਹੀ ਹਾਲ ਰਿਹਾ ਤੇ ਉਸ ਪਨਿਹਾਰਨ ਦੀ ਤਰ੍ਹਾਂ ਲੱਜ ਟੁੱਟਣ ਤੋਂ ਬਾਅਦ ਨਿਰਾਸ਼ ਹੋਵਾਂਗੇ ਤੇ ਫਿਰ ਪਛਤਾਵਾਂਗੇ। ਨਾਲ ਤੇਰੇ ਕੁਝ ਵੀ ਨਹੀਂ ਜਾਣਾ, ਤੂੰ ਜੋੜਨ ਵਿੱਚ ਤੇ ਭੋਗਾਂ ਵਿੱਚ ਲੱਗਾ ਹੋਇਆ ਹੈ। ਹੁਣ ਤੀਜੇ ਬੰਦ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਸਾਹਿਬ ਹੋਏ ਦਿਆਲ, ਕਿਰਪਾ ਕਰੇ ਆਪਣਾ ਕਾਰਜ ਸਵਾਰੇ, ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ। ਜੇ ਪ੍ਰਭੂ ਮਾਲਕ ਜੀਵ ਇਸਤਰੀ ਤੇ ਦਿਆਲੂ ਹੋ ਜਾਏ ਤੇ ਉਹ ਮਿਹਰ ਕਰੇ, ਉਹ ਜੀਵ ਇਸਤਰੀ ਨੂੰ ਸੰਸਾਰ ਰੂਪੀ ਖੂਹੀ ਵਿੱਚੋਂ ਭੋਗਾਂ ਵਿਸ਼ੇ ਵਿਕਾਰਾਂ ਵਿੱਚੋਂ ਬਚਾ ਲੈਂਦਾ ਹੈ। ਪਰਮਾਤਮਾ ਨੇ ਮਿਹਰ ਵੀ ਕਰਨੀ ਹੈ ਤੇ ਬਚਾ ਵੀ ਲੈਣਾ ਹੈ, ਪਰ ਉਸ ਲਈ ਯਤਨ ਤਾਂ ਸਾਨੂੰ ਕਰਨਾ ਪੈਣਾ ਹੈ। ਫਿਰ ਸ਼ਰਤ ਹੈ, ਗੁਰੂ ਦੀ ਸਿੱਖਿਆ ਨੂੰ ਵਿਚਾਰੇਗਾ, ਗੁਰੂ ਦੀ ਸਿੱਖਿਆ ਤੇ ਤੁਰੇਗਾ ਤਾਂ ਹੀ ਗੱਲ ਬਣਨੀ ਹੈ। ਕਾਰਜ ਸਵਾਰਨ ਦਾ ਭਾਵ ਹੈ ਮਨੁੱਖਾ ਜਨਮ ਸਫਲ ਹੋਣਾ। ਤਾਂ ਸੁਹਾਗ ਵਾਲੀ ਇੱਥੇ ਹੈ ਪਰਮਾਤਮਾ ਨੂੰ ਸਦਾ ਚੇਤੇ ਵਿੱਚ ਜਾਂ ਚਿੱਤ ਵਿੱਚ ਰੱਖਣ ਵਾਲੀ। ਸਤਿਗੁਰ ਪਾਤਸ਼ਾਹ ਕਹਿੰਦੇ ਹਨ, ਸਭ ਰਸ ਭੋਗਣ ਬਾਦ ਹੈ, ਸਭ ਸ਼ਿੰਗਾਰ ਵਿਕਾਰ, ਜਬ ਲਗ ਸ਼ਬਦ ਨਾ ਪੇਦੀਐ, ਕਿਉਂ ਸੋ ਹੈ ਗੁਰਦੁਆਰ। ਨਾਨਕ ਤਨ ਸੁਹਾਗਨੀ, ਜਿਨ ਸ਼ਾਹ ਨਾਲ ਪਿਆਰ। ਸ਼ਰਤ ਰੱਖ ਦਿੱਤੀ ਹੈ, ਜੇ ਪ੍ਰਭੂ ਦੀ ਕਿਰਪਾ ਦਾ ਪਾਤਰ ਬਣਨਾ ਹੈ, ਸੁਹਾਗਣ ਬਣਨਾ ਹੈ, ਤੇ ਜਦ ਤੱਕ ਉਹ ਰੱਬ ਦੇ ਨਾਮ ਨਾਲ ਵਿੰਨੀ ਨਹੀਂ ਜਾਂਦੀ, ਉਹ ਪਰਮਾਤਮਾ ਦੇ ਦਰ ਤੇ ਕਿਵੇਂ ਸੁੰਦਰ ਲੱਗ ਸਕਦੀ ਹੈ। ਜਿਵੇਂ ਰਾਹੋ ਬੰਦ ਵਿੱਚ ਵੀ ਅਸੀਂ ਸਮਝਿਆ ਹੈ ਕਿ ਸਹੁਰੇ ਘਰ ਗੁਣਾ ਦਾ ਮੁੱਲ ਪੈਣਾ ਹੈ। ਇਤ ਮਾਰਗ ਚੱਲੇ ਭਾਈੜੇ, ਗੁਰ ਕਹੈ ਸੋ ਕਾਰ ਕਮਾਏ ਜਿਉ, ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਪਾਓ ਜਿਉ। ਮਨ ਦੀ ਮਤ ਤਿਆਗਣੀ ਪੈਣੀ ਹੈ। ਕੁਝ ਤਿਆਗਿਆ ਹੈ, ਕੁਝ ਛੱਡਿਆ ਹੈ ਤੇ ਕੁਝ ਲੈਣਾ ਵੀ ਹੈ, ਧਾਰਨ ਵੀ ਕਰਨਾ ਹੈ। ਤੇ ਲੈਣਾ ਕੀ ਹੈ? ਗੁਰੂ ਦੀ ਮਤ। ਗੱਲ ਤਾਂ ਹੀ ਬਣਨੀ ਹੈ। ਜਬ ਲਗ ਸ਼ਬਦ ਨਾ ਪੇਦੀਏ, ਕਿਉਂ ਸੋ ਹੈ ਗੁਰਦੁਆਰ। ਨਾਨਕ ਧਨ ਸੁਹਾਗਣੀ, ਜਿਨ ਸ਼ਾਹ ਨਾਲ ਪਿਆਰ। ਉਹੀ ਜੀਵ ਇਸਤਰੀ ਧਨ ਹੈ ਜਿਸ ਦਾ ਮੁਖ ਗੁਰੂ ਵੱਲ ਹੈ। ਹੁਣ ਚੌਥੇ ਬੰਦ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਿਰਤ ਕੀ ਬਾਂਧੀ ਸਭ ਫਿਰੈ, ਦੇਖੋ ਵਿਚਾਰੀ, ਇਸ ਨੂੰ ਕਿਆ ਆਖੀਐ, ਕਿਆ ਕਰੇ ਵਿਚਾਰੀ। ਜੇ ਅਖਰੀ ਅਰਥ ਦੇਖਦੇ ਹਾਂ ਤੇ ਜੇ ਅਸੀਂ ਵਿਚਾਰ ਕੇ ਸੋਚ ਕੇ ਵੇਖੀਏ ਤਾਂ ਸਾਰੀ ਲੁਕਾਈ ਹੀ ਪਿਛਲੇ ਕੀਤੇ ਕਰਮਾਂ ਮੁਤਾਬਕ ਜੋ ਸੰਸਕਾਰ ਬਣਾਏ ਹਨ ਉਹਨਾਂ ਵਿੱਚ ਹੀ ਬੱਝੀ ਹੋਈ ਭਟਕ ਰਹੀ ਹੈ। ਵਿਚਾਰੀ ਉਸਨੂੰ ਕਹਿੰਦੇ ਹਨ ਜਿਹੜੀ ਕੁਝ ਕਰ ਨਾ ਸਕਦੀ ਹੋਵੇ। ਤੇ ਇੱਥੇ ਇਹ ਨਹੀਂ ਸਮਝਣਾ ਹੈ ਕਿ ਜੀਵ ਇਸਤਰੀ ਪਿਛਲੇ ਸੰਸਕਾਰਾਂ ਦੀ ਬੱਧੀ ਹੈ ਤੇ ਹੁਣ ਕੁਝ ਨਹੀਂ ਕਰ ਸਕਦੀ। ਇਹ ਗੁਰਮਤ ਦਾ ਸਿਧਾਂਤ ਨਹੀਂ ਹੈ। ਜਿਵੇਂ ਅਸੀਂ ਪਿੱਛੇ ਵਿਵੇਕ ਬੁੱਧ ਦੀ ਗੱਲ ਕੀਤੀ ਹੈ ਕਿ ਰੱਬ ਨੇ ਜਦ ਬੰਦਾ ਬਣਾਇਆ ਤੇ ਪਿਛਲੇ ਸੰਸਕਾਰਾਂ ਨਾਲ ਭੇਜਿਆ, ਪਾਪ ਕਰਮ ਵੀ ਬਣਾਏ ਹਨ ਤੇ ਪੁੰਨ ਵੀ, ਦੁੱਖ ਵੀ ਤੇ ਸੁੱਖ ਵੀ, ਤੇ ਦਿਨ ਹੈ ਤੇ ਰਾਤ ਵੀ ਹੈ, ਖੁਸ਼ੀ ਵੀ ਹੈ ਤੇ ਗਮੀ ਵੀ ਹੈ, ਹਰ ਚੀਜ਼ ਬਣਾਈ ਹੈ ਤੇ ਨਾਲ ਹੀ ਸਾਡੇ ਕੀਤੇ ਕਰਮਾਂ ਦੇ ਨਾਲ ਭੇਜਿਆ ਹੈ, ਪਰ ਨਾਲ ਚੋਇਸ ਵਿਵੇਕ ਬੁੱਧੀ ਦਿੱਤੀ ਹੈ। ਉਸ ਦੀ ਵਰਤੋਂ ਕਰ। ਵਿਵੇਕ ਬੁੱਧ ਵੀ ਨਾਲ ਜੋੜ ਦਿੱਤੀ ਹੈ ਕਿ ਉਸ ਦੀ ਵਰਤੋਂ ਜੋ ਜੀਵ ਇਸਤਰੀ ਨਹੀਂ ਕਰਦੀ ਉਹ ਵਿਚਾਰੀ ਹੈ। ਜਿਹੜੀ ਗਾਫਲ ਹੋ ਕੇ ਸੌਂ ਗਈ ਹੈ ਉਹ ਵਿਚਾਰੀ ਇਹ ਨਹੀਂ ਕਰ ਸਕਦੀ ਹੈ, ਪਰ ਜਿਸਨੇ ਵਿਵੇਕ ਬੁੱਧ ਨੂੰ ਵਰਤਿਆ ਹੈ ਚੰਗੇ ਮਾੜੇ ਦੀ ਪਰਖ ਕਰ ਲੈਂਦੀ ਹੈ। ਉਸਨੇ ਆਪਣੇ ਕਰਮਾਂ ਨੂੰ ਵੀ ਬਦਲ ਲੈਣਾ ਹੈ।
ਇਹ ਨਹੀਂ ਸਮਝਣਾ ਹੈ ਕਿ ਜੀਵ ਇਸਤਰੀ ਆਪਣੇ ਕੀਤੇ ਕਰਮਾਂ ਅਨੁਸਾਰ ਭਟਕ ਰਹੀ ਹੈ। ਉਸ ਵਿਚਾਰੀ ਨੇ ਕੀ ਕਰ ਲੈਣਾ ਹੈ। ਗੁਰਮਤਿ ਕਹਿੰਦੀ ਹੈ ਕਿ ਲਿਖੇ ਲੇਖ ਵੀ ਬਦਲ ਜਾਂਦੇ ਹਨ। ਭਾਵੇਂ ਹਾਲਾਂਕਿ ਸਾਡੇ ਗੁਆਂਢੀ ਮਤ ਕਹਿੰਦੇ ਹਨ ਕਿ ਲਿਖੇ ਲੇਖ ਨਹੀਂ ਬਦਲਦੇ ਹਨ, ਪਰ 12 ਮਾਹ ਦੀ ਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਸਮਝਾਇਆ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ कुंट दे दिस प्रमेय थक आए प्रभ की शाम। संस्कारां करके विछड़े हाँ, संस्कार इहो जे सन, पर रब जी मेहर करके सानू अपने नाल मिलाओ। मेहर तां होवेगी, बख्शीश दे पात्र तां बनांगे जद अपने आप नू रब्बी गुणा मुताबक ढालन दा जतन करांगे। साडे विच दया होवे, ਧੀਰਜ ਹੋਵੇ, ਨਿਮਰਤਾ ਹੋਵੇ, ਭਾਵ ਸ਼ੁਭ ਗੁਣਾ ਦੇ ਧਾਰਨੀ ਹੋਈਏ, ਨਾ ਕਿ ਹੇਰਾ ਫੇਰੀ ਕਰਦੇ ਰਹੀਏ, ਬੇਈਮਾਨੀਆਂ ਕਰਦੇ ਹੋਈਏ, ਜੋੜਨ ਵਿੱਚ ਲੱਗੇ ਰਹੀਏ। ਰੱਬ ਸਭ ਕੁਝ ਕਰਨ ਵਾਲਾ ਹੈ, ਉਹ ਸਭ ਨਾਲ ਇਨਸਾਫ ਕਰਦਾ ਹੈ। ਜੋ ਅਸੀਂ ਕਿਰਤ ਕਰਦੇ ਹਾਂ ਉਸ ਦਾ ਫਲ ਸਾਨੂੰ ਮਿਲਦਾ ਹੀ ਹੈ। ਮੰਨ ਲਓ ਜਿਵੇਂ ਟੀਚਰ ਨੇ ਸਭ ਨੂੰ ਇੱਕੋ ਜਿਹਾ ਪੜ੍ਹਾਇਆ ਹੈ, ਪਰ ਜਿਹੜਾ ਬੱਚਾ ਉਸ ਪੜ੍ਹਾਈ ਨੂੰ ਯਾਦ ਰੱਖਦਾ ਹੈ ਤੇ ਐਗਜ਼ਾਮ ਵਿੱਚ ਪੂਰਾ ਪੇਪਰ ਲਿਖ ਕੇ ਆਉਂਦਾ ਹੈ, ਫਿਰ ਟੌਪਰ ਤੇ ਉਸਨੇ ਹੀ ਬਣਨਾ ਹੈ ਤੇ ਟੀਚਰ ਨੂੰ ਚੰਗਾ ਵੀ ਉਹੀ ਲੱਗੇਗਾ। ਇਸੇ ਤਰ੍ਹਾਂ ਜੇ ਕਿਰਪਾ ਦਾ ਪਾਤਰ ਬਣਨਾ ਹੈ ਤੇ ਉਸਦੇ ਦੱਸੇ ਰਾਹ ਤੇ ਚੱਲਣਾ ਪੈਣਾ ਹੈ, ਕੋਈ ਰਿਆਇਤ ਨਹੀਂ ਮਿਲਣੀ। ਦੱਦੇ ਦੋਸ਼ ਨ ਦਿਓ ਕਿਸੇ, ਦੋਸ਼ ਕਰਮਾ ਆਪਣਿਆ, जो मैं किया सो मैं पाया, दोष न दीजै अवरचना। ਹੁਣ ਅਖੀਰਲੇ 5ਵੇਂ ਬੰਦ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਪਈ ਨਿਰਾਸ਼ੀ ਉੱਠ ਚਲੀ, ਚਿਤ ਬੰਦ ਨਾ ਤੀਰਾ, ਹਰ ਕੀ ਚਰਨੀ ਲਾਗ ਰੋ, ਭਜ ਸ਼ਰਨ ਕਬੀਰਾ। ਪਈ ਨਿਰਾਸ਼ੀ, ਆਸਾਂ ਪੂਰੀਆਂ ਨਹੀਂ ਹੋਈਆਂ ਤੇ ਨਿਰਾਸ਼ ਹੋ ਗਈ, ਉੱਠ ਚਲੀ, ਉੱਠ ਕੇ ਤੁਰ ਪਈ, ਬੰਦ ਨਾ, ਨਹੀਂ ਬਚਦੀ, ਬੰਨੀ ਨਹੀਂ ਜਾਂਦੀ, ਧੀਰਾ, ਧੀਰਜ ਜਾਂ ਟਿਕਾਓ। ਨਿਰਾਸ਼ ਹੋ ਕੇ ਜੀਵ ਇਸਤਰੀ ਤੁਰ ਪਈ, ਕਿਉਂ? ਕਿਉਂਕਿ ਆਸਾਂ ਪੂਰੀਆਂ ਨਹੀਂ ਹੋਈਆਂ। ਨਿਰਾਸ਼ ਉਹੀ ਹੁੰਦਾ ਹੈ ਜਿਸ ਦੀਆਂ ਆਸਾਂ ਪੂਰੀਆਂ ਨਾ ਹੋਣ। ਇਸ ਲਈ ਮਨ ਵਿੱਚ ਟਿਕਾ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਜੋ ਆਸ ਸੀ, ਜੋ ਕਰਨਾ ਚਾਹੁੰਦੀ ਸੀ, ਕਰ ਨਹੀਂ ਪਾਈ ਤੇ ਮੁਕਲਾਵਾ ਆ ਵੀ ਗਿਆ ਹੈ, ਪਾਉ ਮੌਤ ਸਿਰ ਤੇ ਖੜੀ ਹੈ। ਜਿਵੇਂ ਰੌ ਦੇ ਬੰਦ ਵਿੱਚ ਅਸੀਂ ਸਮਝਿਆ ਸੀ ਕਿ ਤਿਆਰੀ ਪੂਰੀ ਨਹੀਂ ਸੀ, ਮੌਤ ਚੇਤੇ ਨਹੀਂ ਸੀ। ਇਸ ਤੋਂ ਬਚਣ ਲਈ ਕਰਨਾ ਕੀ ਹੈ? ਜਿਵੇਂ ਅਸੀਂ ਜਾਣਦੇ ਹਾਂ ਕਿ ਅਖੀਰਲੀ ਪੰਕਤੀ ਵਿੱਚ ਸ਼ਬਦ ਦਾ ਨਿਚੋੜ ਹੁੰਦਾ ਹੈ। ਸੋ ਕਬੀਰ ਜੀ ਕਹਿ ਰਹੇ ਹਨ, ਕਰਨਾ ਕੀ ਹੈ? ਸਿਰਫ ਇੰਨਾ ਹੀ ਕਰਨਾ ਹੈ ਕਿ ਤੂੰ ਪ੍ਰਭੂ ਦੀ ਚਰਨੀ ਲੱਗੀ ਰਹੋ, ਭਾਵ ਨਾਮ ਨਾਲ ਜੁੜਿਆ ਰਹੋ। ਇਸ ਨਾਲ ਕੀ ਹੋਣਾ ਹੈ? ਕੁਰਾਹੇ ਪੈਣ ਤੋਂ ਬਚਿਆ ਰਹੇਗਾ। ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ, ਸਸਤ ਵਖਰ ਤੂੰ ਕੀਨੇ ਨਾਹੀ, ਪਾਪੀ ਬਾਧਾ ਰੇ ਨਾਇਆ। ਜਿੱਥੇ ਲਾਹੇ ਦੀ ਗੱਲ ਹੈ ਉੱਥੇ ਤੇ ਤੂੰ ਢਿੱਲਾ ਢਿੱਲਾ ਹੈ, ਅਵੇਸਲਾ ਹੈ, ਤੇ ਟੋਟੇ ਘਾਟੇ ਵਾਲੀ ਗੱਲ ਹੋਵੇ ਤੇ ਦੌੜ ਪੈਂਦਾ ਹੈ। ਲਾਹੇ ਦੇ ਕੰਮ ਗੁਰੂ ਵੱਲ ਮੂੰਹ ਕਰਨਾ ਹੈ ਤੇ ਗੁਰੂ ਦੀ ਗੱਲ ਮੰਨਣੀ, ਲਾਹੇ ਦੀ ਗੱਲ ਛੱਡ ਕੇ ਘਾਟੇ ਵੱਲ ਤ੍ਰੈਗੁਣੀ ਮਾਇਆ ਵਿੱਚ, ਵਿਕਾਰਾਂ ਵਿੱਚ ਉਲਝਿਆ ਰਹਿੰਦਾ ਹੈ ਤੇ ਫਿਰ ਪੱਲੇ ਕੁਝ ਨਹੀਂ ਪਿਆ। ਉਸ ਨਿਰਾਸ਼ਾ ਤੋਂ ਬਚਣ ਦੀ ਰਾਹ ਗੁਰੂ ਜੀ ਦੱਸਦੇ ਹਨ। ਉਸ ਨਿਰਾਸ਼ਾ ਤੋਂ ਬਚਣ ਦੀ ਰਾਹ ਗੁਰੂ ਹੀ ਦੱਸਦਾ ਹੈ ਤੇ ਗੁਰੂ ਦਾ ਆਸਰਾ ਲੈ ਤੇ ਗੁਰੂ ਦਾ ਦੱਸਿਆ ਮਾਰਗ ਫੜ, ਤਾਂ ਕਿ ਜਾਣ ਲੱਗਿਆ ਨਿਰਾਸ਼ਤਾ ਪੱਲੇ ਨਾ ਪਵੇ, ਜੀਵਨ ਦੀ ਬਾਜੀ ਜਿੱਤ ਕੇ ਜਾ ਸਕੇ। ਹਰ ਕੀ ਚਰਨੀ ਲਾਗ ਰੋ, ਭਜ ਸ਼ਰਨ ਕਬੀਰਾ। ਪਹਿਲੀ ਪੰਕਤੀ ਵਿੱਚ ਇਹ ਕਿਹਾ ਹੈ ਕਿ ਉਹ ਜੀਵਾਤਮਾ ਨਿਰਾਸ਼ ਹੋ ਗਈ ਜਿਸਨੇ ਮੁਕਲਾਵੇ ਦੀ ਪੂਰੀ ਤਿਆਰੀ ਨਹੀਂ ਕੀਤੀ ਸੀ। ਪਰ ਜਿਨ੍ਹਾਂ ਗੁਰਮਤ ਦਾ ਮਾਰਗ ਫੜਿਆ ਹੋਇਆ ਹੈ ਉਹਨਾਂ ਨੂੰ ਮੌਤ ਦਾ ਵੀ ਡਰ ਨਹੀਂ, ਕਿਉਂਕਿ ਡਰਦਾ ਉਹ ਹੈ ਜਿਹੜਾ ਗਲਤ ਕੰਮ ਕਰਦਾ ਹੈ,
जिन्हें गलत काम नहीं कीते, जिसदा हिरदा पवित्र है, उसनों मौत तो भी डर नहीं लगता। ਜਿਹੜੇ ਸੰਜਮੀ ਜੀਵਨ ਬਤੀਤ ਕਰਦੇ ਹਨ, ਜਿਨੇ ਪਾਪ ਨਹੀਂ ਕੀਤਾ, ਉਸਨੂੰ ਡਰ ਕਿਸ ਗੱਲ ਦਾ। ਤੇ ਜੇ ਤੂੰ ਨਿਰਾਸ਼ ਨਹੀਂ ਹੋਣਾ ਚਾਹੁੰਦਾ, ਤੇ ਮੌਤ ਜਦੋਂ ਆਉਣੀ ਹੈ ਤਦੋਂ ਹੀ ਆਉਣੀ ਹੈ। ਇਸ ਲਈ ਨਾਮ ਤੇ ਮੌਤ ਨੂੰ ਹਮੇਸ਼ਾ ਚੇਤੇ ਵਿੱਚ ਰੱਖਣਾ ਹੈ। ਜੰਮਣ ਮਰਨਾ ਪਰਮਾਤਮਾ ਦੇ ਹੱਥ ਵਿੱਚ ਹੈ। ਬਹਾਨਾ ਕੁਝ ਵੀ ਬਣੇ, ਉਹ ਉਸਦੇ ਹੁਕਮ ਨਾਲ ਹੀ ਬਣਨਾ ਹੈ। ਜੇ ਨਿਸ਼ਚਿੰਤ ਹੋ ਕੇ ਜੀਵਨ ਜੀਵਾਂਗੇ ਤੇ ਜੀਵਨ ਸਹਿਜ ਵਿੱਚ ਖੇੜੇ ਵਿੱਚ ਰਹੇਗਾ। ਨਹੀਂ ਤੇ ਜੇ ਮੌਤ ਤੋਂ ਡਰਦੇ ਹੀ ਰਵਾਂਗੇ ਤੇ ਕਦੀ ਸਹਿਜ ਅਵਸਥਾ ਵਿੱਚ ਨਹੀਂ ਰਹਿ ਸਕਾਂਗੇ। ਸੋ ਮੌਤ ਤੋਂ ਡਰਨਾ ਵੀ ਨਹੀਂ ਹੈ ਤੇ ਮੌਤ ਨੂੰ ਭੁੱਲਣਾ ਵੀ ਨਹੀਂ ਹੈ। ਸੰਸਾਰ ਵਿੱਚ ਰਹਿੰਦਿਆਂ ਇਸ ਤਰ੍ਹਾਂ ਰਹੀਏ ਕਿ ਸਾਡੀ ਬਿਰਤੀ ਹਰ ਵੇਲੇ ਬਣੀ ਰਹੇ। ਸਵਾਸਾਂ ਦੀ ਜੋ ਰਾਸ ਪੂੰਜੀ ਮਿਲੀ ਹੈ, ਇੱਕ ਇੱਕ ਸਵਾਸ ਦਾ ਮਾਲਕ ਨੇ ਹਿਸਾਬ ਲੈਣਾ ਹੈ। ਬੀਤ ਜੈ ਹੈ ਜਨਮ ਅਕਾਜ ਰੇ, ਨਿਸਦਿਨ ਸੁਨ ਕੇ ਪੁਰਾਣ, ਸਮਝਤ ਨੈ ਰੇ ਅਜਾਨ, ਕਾਲ ਤੋਂ ਪਹੁੰਚਿਓ ਆਨ, ਕਹਾਂ ਜੈ ਹੈ ਭਾਜਰੇ। ਜੈ ਜੈਵੰਤੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਅਸੀਂ ਧਾਰਮਿਕ ਗ੍ਰੰਥ ਵੀ ਪੜ੍ਹੇ, ਕਥਾ ਕੀਰਤਨ ਵੀ ਸੁਨਿਆ, ਸਭ ਕੁਝ ਸੁਣ ਲਿਆ, ਪਰ ਵਿਚਾਰ ਨਹੀਂ ਕੀਤੀ, ਜੀਵਨ ਉਸ ਮੁਤਾਬਕ ਨਹੀਂ ਬਣਾਇਆ। ਨਿਸਦਿਨ ਸੁਨ ਕੇ ਪੁਰਾਣ, ਸਮਝਤ ਨੈ, ਮੂਰਖਾਂ ਵਾਂਗੂ ਗੱਲ ਸਮਝੀ ਨਹੀਂ। ਫਿਰ ਸਮੇਂ ਸਿਰ ਅਸੀਂ ਤਿਆਰੀ ਨਹੀਂ ਕੀਤੀ ਤੇ ਕਸੂਰ ਕਿਸਦਾ ਹੈ। ਪਰਮਾਤਮਾ ਨੇ ਵਿਵੇਕ ਬੁੱਧ ਦਿੱਤੀ ਹੈ, ਉਸਦੀ ਵਰਤੋਂ ਕਰ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਨ, ਤਾਂ ਜੋ ਅੰਤ ਸਮੇਂ ਪਛਤਾਣਾ ਨਾ ਪਵੇ। ਖੇਡ ਬੜੀ ਹੈਰਾਨੀ ਦੀ ਹੈ, ਬੰਦਾ ਆਉਂਦਾ ਥੋੜੀ ਦੇਰ ਲਈ ਹੈ ਤੇ ਇੱਥੇ ਆ ਕੇ ਮਸਤ ਹੋ ਜਾਂਦਾ ਹੈ। ਬਸ ਇੰਨੇ ਬਚਨ ਪ੍ਰਵਾਨ ਕਰਨਾ, ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ। ਕਹਿਣਾ ਆਸਾਨ ਹੈ, ਇਸ ਰਾਹ ਤੇ ਤੁਰਨਾ ਤਿੱਖੀ ਤਲਵਾਰ ਤੇ ਤੁਰਨਹਾਰ ਹੈ। ਬਾਣੀ ਅਗਾਧ ਬੋਧ ਹੈ, ਹਰ ਬੰਦ ਵਿੱਚ ਜੀਵਨ ਜਾਚ ਦੱਸੀ ਹੋਈ ਹੈ। ਪੜ੍ਹਦੇ ਰਹੀਏ, ਸਮਝਦੇ ਰਹੀਏ, ਪਤਾ ਨਹੀਂ ਕਿਹੜਾ ਕਿਨਕਾਰ ਰੱਬ ਜੀ ਦੀ ਮਿਹਰ ਸਦਕਾ ਦਿਲ ਵਿੱਚ ਵਸ ਜਾਵੇ। ਹੋਈਆਂ ਬੇਅੰਤ ਭੁੱਲਾਂ ਲਈ ਖਿਮਾ ਦੀ ਜਾਚ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।